क्या कैनेडा ਆਸਟ੍ਰੇਲੀਆ ਨਿਊਜ਼ੀਲੈਂਡ ਦੇ ਵਿੱਚ ਰਿਸੈਸ਼ਨ ਆ ਚੁੱਕਾ ਹੈ? ਜੇ ਆਪਾਂ ਗੂਗਲ ਸਰਚ ਕਰਦੇ ਹਾਂ ਜਾਂ ਕੋਈ YouTube ਤੇ ਇਹਨਾਂ ਦੀਆਂ ਸਰਕਾਰਾਂ ਦੀਆਂ ਵੀਡੀਓਜ਼ ਦੇਖਦੇ ਹਾਂ ਤਾਂ ਇੱਥੇ ਤਾਂ ਆਥੈਂਟੀਕੇਟਡ ਹੋ ਜਾਂਦੇ ਆ ਕਿ ਵੀ ਆਲਮੋਸਟ ਪੂਰਾ ਵਿਸ਼ਵ ਜਿਹੜਾ ਹੈ ਉਹ ਮੰਦੀ ਦੀ ਕਗਾਰ ਤੇ ਹੈ, ਰਿਸੈਸ਼ਨ ਦੇ ਵਰਜ ਤੇ ਹੈ। ਸੋ क्या ਇਮੀਗ੍ਰੇਸ਼ਨ ਦੇ ਵਿੱਚ, क्या ਸਟੱਡੀ ਵੀਜ਼ਾ ਦੇ ਵਿੱਚ, क्या ਐਜੂਕੇਸ਼ਨ ਫੀਲਡ ਦੇ ਵਿੱਚ क्या ਇਸ ਮੰਦੀ ਦਾ ਅਸਰ ਹੋਏਗਾ, ਜਾਂ ਜੇ ਇਹ ਮੰਦੀ ਆ ਰਹੀ ਹੈ, ਜੇ ਰਿਸੈਸ਼ਨ ਦਾ ਟਾਈਮਿੰਗਸ ਆ ਰਿਹਾ ਹੈ, ਇਸ ਤੋਂ ਆਪਾਂ ਬਚਣਾ ਕਿਵੇਂ ਹੈ, ਇਸ ਤੋਂ ਆਪਾਂ ਸੋਲੂਸ਼ਨ ਕਿਵੇਂ ਲੈਣੇ ਹੈ। ਦੇਖੋ, ਸ਼ੇਰ ਤਾਂ ਆ ਗਿਆ ਸਾਡੇ ਘਰ ਦੇ ਬਾਹਰ, ਹੁਣ ਉਸ ਸ਼ੇਰ ਨੇ ਸਾਨੂੰ ਖਾਣਾ ਹੈ ਤੇ ਅਸੀਂ ਬਚਣਾ ਹੈ। तो ਜਿਹੜਾ ਜ਼ਿਆਦਾ ਬਲਵਾਨ ਹੋਏਗਾ ਉਹ ਜਿੱਤ ਜਾਏਗਾ। तो ਸਾਡੀ ਕੋਸ਼ਿਸ਼ ਇਹੀ ਹੈ ਕਿ ਆਪਾਂ ਸੋਲੂਸ਼ਨ ਲੈ ਕੇ ਇਹ ਵੀਡੀਓ ਬਣਾਈਏ। ਇਹ ਵੀਡੀਓ ਲਾਸਟ ਤੱਕ ਦੇਖਿਓ ਤੇ ਉਮੀਦ ਹੈ ਕਿ ਤੁਹਾਨੂੰ ਜਿਹੜਾ ਇਹ ਰਿਸੈਸ਼ਨ ਟਾਈਮ ਚੱਲ ਰਿਹਾ ਹੈ ਇਹਦੇ ਤੋਂ ਆਪਾਂ ਨਿਜਾਤ ਕਿਵੇਂ ਪਾ ਸਕਦੇ ਹਾਂ। ਬਹੁਤ ਹੀ ਵੱਡਾ ਕੁਐਸਚਨ ਹੈ ਇਹ, ਕਿਉਂਕਿ ਬਹੁਤ ਟੈਕਨੀਕਲ ਕੁਐਸਚਨ ਹੈ ਔਰ ਸਾਡੀ ਵੀ ਇਹਦੇ ਤੇ ਪੂਰੀ ਸੋਚ ਲੱਗੀ ਹੁੰਦੀ ਹੈ, ਪੂਰਾ ਸਾਡੇ ਤੇ ਜ਼ੋਰ ਲੱਗਿਆ ਹੁੰਦਾ ਕਿ ਅਸੀਂ ਵੀ ਆਪਣੇ ਪੂਰੇ ਡਾਟਾਸ ਤੇ ਲੈ ਕੇ ਇਹਦੇ ਤੇ ਤੁਹਾਡੇ ਨਾਲ ਗੱਲ ਕਰ ਰਹੇ ਹਾਂ। ਇਹ ਜਿਹੜੀ ਇਹ 10-15 ਮਿੰਟ ਦੀ ਵੀਡੀਓ ਜਿਹੜੀ ਤੁਸੀਂ ਦੇਖ ਰਹੇ ਹੋ, ਜਿਹੜੀ ਮੈਂ ਬਣਾ ਰਿਹਾ ਵਾਂ, ਇਹ ਮੇਰੇ ਪਰਸਨਲ ਵਿਊਜ਼ ਨੇ। ਮੈਂ ਰਿਸੈਸ਼ਨ ਨੂੰ ਕਿਸ ਨਜ਼ਰੀਏ ਨਾਲ ਦੇਖਦਾ ਵਾਂ, ਤਾਂ ਤੁਸੀਂ ਇਸ ਚੀਜ਼ ਨੂੰ ਜਸਟ ਇੱਕ ਗਾਈਡੈਂਸ ਬੇਸਿਸ ਤੇ ਲੈਣਾ। ਇਹਨੇ ਤੁਸੀਂ ਕੋਈ ਡੀਮੋਟੀਵੇਟ ਨਹੀਂ ਹੋਣਾ ਕਿ ਅਸੀਂ ਕੈਨੇਡਾ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਜਾ ਨਹੀਂ ਪਾਵਾਂਗੇ ਜਾਂ ਉੱਥੇ ਸਾਨੂੰ ਕੋਈ ਜੌਬ ਨਹੀਂ ਮਿਲੇਗੀ ਜਾਂ ਕਿਸ ਤਰ੍ਹਾਂ ਦੇ ਹਾਲਾਤ ਹੋਣਗੇ। ਤਾਂ ਉਹ ਕਈ ਫੈਕਟਰਸ ਨੇ, ਉਹਨਾਂ ਤੇ ਡਿਪੈਂਡ ਕਰਦਾ। ਅੱਜ ਜਿਹੜਾ ਅਸੀਂ ਲਾਈਵ ਹੋਏ ਹਾਂ, ਇਹ ਤੁਹਾਡੇ ਸਾਰੇ ਹੀ ਜਿਹੜੇ ਭਰਮ ਨੇ, ਜਿਹੜੇ ਤੁਹਾਡੇ ਮਾਈਂਡ ਦੇ ਵਿੱਚ ਹਾਈਪੋਥੈਟੀਕਲ ਕੁਐਸਚਨ ਹੁੰਦੇ ਨੇ ਕਿ ਕਿਆ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਜਾਣਾ ਚਾਹੀਦਾ ਹੈ, ਪੜ੍ਹਨ ਲਈ ਜਾਣਾ ਚਾਹੀਦਾ ਹੈ, ਸੈਟਲਮੈਂਟ ਹੋਣੀ ਚਾਹੀਦੀ ਹੈ, ਉੱਥੇ ਕੰਮਕਾਜ ਕਿਵੇਂ ਮਿਲੇਗਾ, ਨਹੀਂ ਮਿਲੇਗਾ, ਤਾਂ ਅਸੀਂ ਉਹਨਾਂ ਤੋਂ ਕਿਵੇਂ ਇਹਦਾ ਸੋਲੂਸ਼ਨ ਲੈ ਸਕਦੇ ਹਾਂ। ਸੋ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਔਰ ਮੈਂ ਦੀਪ ਅਰੋੜਾ, ਡਾਇਰੈਕਟਰ ਮਾਈ ਵੀਜ਼ਾ ਓਵਰਸੀਜ਼, ਕੁਮਾਰ ਮੰਡੀ, ਪਰਲ ਪੈਲੇਸ ਤੋਂ ਲਾਈਵ ਹਾਂ ਔਰ ਪਿਛਲੇ ਤਕਰੀਬਨ 5 ਸਾਲ ਤੋਂ ਅਸੀਂ ਲੋਕਾਂ ਦੇ ਨਾਲ, ਆਪਣੇ ਵਿਊਅਰਸ ਦੇ ਨਾਲ, ਜਿਹੜੇ ਕਿ ਬਹੁਤ ਪਿਆਰ ਕਰਦੇ ਨੇ, ਉਹਨਾਂ ਦੇ ਨਾਲ ਅਸੀਂ ਇੰਟਰੈਕਟਿਡ ਹਾਂ। ਔਰ ਕੋਸ਼ਿਸ਼ ਇਹੀ ਹੁੰਦੀ ਹੈ ਕਿ ਜਿਵੇਂ ਅਸੀਂ ਲਾਸਟ ਟਾਈਮ ਜਿਹੜੀ ਵੀਡੀਓਜ਼ ਹੈ, ਤਕਰੀਬਨ 250 ਵੀਡੀਓ ਸਾਡੀਆਂ ਮਾਈ ਵੀਜ਼ਾ ਓਵਰਸੀਜ਼ ਦੇ YouTube ਚੈਨਲ ਤੇ ਨੇ, ਔਰ ਕੋਸ਼ਿਸ਼ ਇਹੀ ਹੈ ਕਿ ਤੁਹਾਨੂੰ ਅਪਡੇਟ ਕੀਤਾ ਜਾਵੇ, ਤੁਹਾਨੂੰ ਅਵੇਅਰ ਕੀਤਾ ਜਾਵੇ, ਤਾਂ ਕਿ ਕਿਸੇ ਵੀ ਚੀਜ਼ਾਂ ਦੀ ਤੁਹਾਨੂੰ ਕੋਈ ਨੁਕਸਾਨ ਨਾ ਹੋਵੇ ਜਦੋਂ ਤੁਸੀਂ ਇਮੀਗ੍ਰੇਟ ਜਾਂ ਮਾਈਗ੍ਰੇਟ ਹੁੰਦੇ ਹੋ ਕਿਸੇ ਵੀ ਕੰਟਰੀ ਦੇ ਲਈ। ਸੈਕਿੰਡ ਆਫਿਸ ਸਾਡਾ ਸ਼੍ਰੀ ਗੰਗਾ ਨਗਰ ਹੈ, ਮਿਸਟਰ ਸਿਕੰਦਰ ਤੋਂ ਕੰਮ ਕਰ ਰਹੇ ਨੇ। 10 ਤੋਂ 6 ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਹੋ, ਔਰ ਜੇ ਲੁਧਿਆਣੇ ਤੁਸੀਂ ਮਿਲਣਾ ਹੋਵੇ ਤਾਂ 10 ਤੋਂ 6 ਤੁਸੀਂ ਜਿਹੜੇ ਸਕਰੀਨ ਤੇ ਦਿੱਤੇ ਹੋਏ ਨੰਬਰ ਨੇ, ਜਿਹੜੇ ਸਕਰੋਲ ਹੋ ਰਹੇ ਨੇ, ਉਹਨਾਂ ਤੇ ਤੁਸੀਂ ਕਾਲ ਕਰਕੇ ਮੇਰੇ ਨਾਲ ਅਪਾਇੰਟਮੈਂਟ ਫਿਕਸ ਕਰਕੇ 10 ਤੋਂ 6 ਲੁਧਿਆਣਾ ਬ੍ਰਾਂਚ ਦੇ ਵਿੱਚ ਵੀ ਤੁਸੀਂ ਮਿਲ ਸਕਦੇ ਹੋ। ਸੋ ਜਿਹੜਾ ਇਹ ਰਿਸੈਸ਼ਨ ਦਾ ਟਾਈਮਿੰਗਸ ਹੈ, ਇਹ ਜਿਹੜਾ ਮੰਦੀ ਦਾ ਦੌਰ ਚੱਲ ਰਿਹਾ ਹੈ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਦੇ ਵਿੱਚ, ਇਹਦਾ ਕੀ ਪ੍ਰਭਾਵ ਪਏਗਾ ਉਹਦੇ ਬਾਰੇ ਆਪਾਂ ਗੱਲ ਕਰਨ ਜਾ ਰਹੇ ਹਾਂ। ਤਾਂ ਸਭ ਤੋਂ ਪਹਿਲਾਂ ਤਾਂ ਇਹ ਸੋਚਣ ਦੀ ਗੱਲ ਇਹ ਹੈ ਕਿ ਇਹ ਰਿਸੈਸ਼ਨ ਹੁੰਦਾ ਕੀ ਆ, ਇਹ ਜਿਹੜੀ ਮੰਦੀ ਹੈ ਇਹ ਕਿਸ ਤਰ੍ਹਾਂ ਪੂਰੇ ਵਿਸ਼ਵ ਨੂੰ ਆਪਣੀ ਚਪੇਟ 'ਚ ਲੈਂਦੀ ਹੈ। ਇਹਦੇ ਬੇਸਿਕ ਜਿਹੜੇ ਕਾਰਨ ਹੁੰਦੇ ਨੇ, ਉਹ ਸਭ ਤੋਂ ਵੱਡਾ ਕਾਰਨ ਜਿਹੜਾ ਹੋਇਆ ਉਹ ਹੋਇਆ ਕੋਵਿਡ। 2020 ਮਾਰਚ ਤੋਂ ਬਾਅਦ ਜਦੋਂ ਪੂਰੀ ਦੁਨੀਆ ਖੜ ਗਈ ਔਰ ਕੋਈ ਕਾਰੋਬਾਰ ਨਹੀਂ ਸੀ, ਕੋਈ ਟਰਾਂਸਪੋਰਟੇਸ਼ਨ ਨਹੀਂ ਸੀ ਔਰ ਸਾਰੀ ਦੁਨੀਆ ਦੇ ਵਿੱਚ ਕਿਓਸ ਦਾ ਮਾਹੌਲ ਸੀ ਔਰ ਬਹੁਤ ਲੋਕ ਸਹਿਮੇ ਹੋਏ ਸੀ, ਮਨੀ ਦਾ ਫਲੋ ਰੁਕ ਗਿਆ ਸੀ, ਉਹ ਵੀ ਇੱਕ ਵੱਡਾ ਫੈਕਟਰ ਮੰਨਿਆ ਜਾਂਦਾ ਹੈ। ਔਰ ਤੁਹਾਨੂੰ ਪਤਾ ਹੈ ਕਿ ਰਸ਼ੀਆ ਔਰ ਯੂਕਰੇਨ ਦੀ ਜਿਹੜੀ ਲੜਾਈ ਹੋ ਰਹੀ ਹੈ ਉੱਥੇ, ਉਹਦਾ ਵੀ ਇੱਕ ਬਹੁਤ ਮੇਜਰ ਜਿਹੜਾ ਇੰਪੈਕਟ ਹੈ ਉਹ ਬੈਂਕਿੰਗ ਸੈਕਟਰ ਤੇ ਆਉਂਦਾ ਹੈ। ਔਰ ਤੁਸੀਂ ਦੇਖਿਆ ਕਿ US ਦੇ ਵਿੱਚ ਕਈ ਬੈਂਕ ਨੇ ਉਹ ਬੈਂਕਰਪਸੀ ਹੋ ਗਏ, ਕਰਪਟ ਹੋ ਗਏ, ਉਹ ਨਿਲਾਮ ਹੋ ਗਏ, ਲੋਕਾਂ ਦੇ ਪੈਸੇ ਵਾਪਸ ਨਹੀਂ ਕਰ ਸਕੇ। ਸੋ ਇਹਨਾਂ ਦਾ ਜਦੋਂ ਦੌਰ ਆਉਂਦਾ ਹੈ ਤਾਂ ਪੂਰੇ ਵਰਲਡ ਨੂੰ ਇਹ ਚਪੇਟ 'ਚ ਲੈ ਲੈਂਦਾ ਹੈ, ਚਾਹੇ ਉਹ ਜਰਮਨੀ ਦਾ ਵੀ ਅੱਗੋਂ ਹੋਵੇ ਜਾਂ USA ਵੀ ਹੋਵੇ। ਤੋ ਜਿਹੜਾ 2023 ਹੈ ਇਹ ਸਮਝਣ ਦੀ ਆਪਾਂ ਲੋੜ ਪੈਣੀ ਚਾਹੀਦੀ ਹੈ ਕਿ ਇਸ ਤੋਂ ਜਿਹੜਾ ਰਿਸੈਸ਼ਨ ਟਾਈਮ ਆ ਰਿਹਾ ਹੈ ਜਾਂ ਕੁਝ ਹੱਦ ਤੱਕ ਆ ਗਿਆ ਹੋਇਆ ਹੈ, ਤਾਂ ਉੱਥੋਂ ਅਸੀਂ ਸੋਲੂਸ਼ਨ ਕੀ ਲਵਾਂਗੇ। ਸਭ ਤੋਂ ਪਹਿਲੀ ਗੱਲ ਹੈ ਕਿ ਜਦੋਂ ਕਿਸੇ ਵੀ ਕੰਟਰੀ ਦੇ ਵਿੱਚ ਮੰਦੀ ਦੌਰ ਆਉਂਦਾ ਹੈ, ਰਿਸੈਸ਼ਨ ਟਾਈਮ ਆਉਂਦਾ ਹੈ, ਉਹਦੇ ਵਿੱਚ ਡਿਮਾਂਡ ਐਂਡ ਸਪਲਾਈ ਜਿਹੜੀ ਹੈ ਉਹ ਅਨਬੈਲੈਂਸ ਹੋ ਜਾਂਦੀ ਹੈ। ਉਹਦੇ ਨਾਲ ਨਾਲ ਇਨਫਲੇਸ਼ਨ ਜਿਹੜਾ ਰੇਟ ਹੈ ਉਹ ਬਹੁਤ ਹਾਈ ਹੋ ਜਾਂਦਾ ਹੈ, ਮਹਿੰਗਾਈ ਵੱਧ ਜਾਂਦੀ ਹੈ, ਲੋਕਾਂ ਨੂੰ ਜਿਹੜੀ ਕੋਈ ਸਮਾਨ ਖਰੀਦਣਾ ਹੁੰਦਾ ਹੈ ਉਹ ਬਹੁਤ ਮੁਸ਼ਕਿਲ ਹੋ ਜਾਂਦੀ ਹੈ, ਅਨਇੰਪਲੋਇਮੈਂਟ ਵੱਧ ਜਾਂਦੀ ਹੈ। ਤਾਂ ਇਹ ਜਿਹੜੇ ਫੈਕਟਰਸ ਨੇ
ਇਹ ਰਿਸੈਸ਼ਨ ਨੂੰ ਵਧਾਵਾ ਦਿੰਦੇ ਨੇ। ਤੋ ਸਭ ਤੋਂ ਵੱਡੀ ਗੱਲ GDP ਦੀ ਵੀ ਹੁੰਦੀ, ਜਿਹੜੀ ਗ੍ਰੋਸ ਡੋਮੈਸਟਿਕ ਪ੍ਰੋਡਕਟ ਹੈ। ਓਵਰਆਲ ਦੀ ਗੱਲ ਕਰਾਂ ਤਾਂ ਆਪਾਂ ਕੰਟਰੀ ਦੇ ਬਾਰੇ ਗੱਲ ਕਰਾਂਗੇ। ਸੋ ਆਪਾਂ ਤਿੰਨ ਜਿਹੜੇ ਮੇਨ ਪੁਆਇੰਟ ਨੇ ਉਹਦੇ ਪਹਿਲੂ ਤੇ ਗੱਲ ਕਰਦੇ ਹਾਂ ਕਿ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਦੇ ਵਿੱਚ ਇਨਫਲੇਸ਼ਨ, ਅਨਇੰਪਲੋਇਮੈਂਟ ਜਾਂ GDP ਕਿੰਨੀ ਹੈ, ਉਹ ਕਿਵੇਂ ਘਟ ਵੱਧ ਰਹੀ ਹੈ, ਤੇ ਕਿਆ ਐਜੂਕੇਸ਼ਨ ਸੈਕਟਰ ਤੇ ਇਹਦਾ ਅਸਰ ਪਏਗਾ। ਜਿਹੜੇ ਬੱਚੇ ਸਟੂਡੈਂਟਸ ਬਾਹਰ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਕਿਵੇਂ ਅੱਗੋਂ ਜੌਬ ਲੈਣ ਦੇ ਵਿੱਚ ਕੋਈ ਦਿੱਕਤਾਂ ਆ ਸਕਦੀਆਂ ਨੇ, ਨਹੀਂ ਆ ਸਕਦੀਆਂ ਨੇ, ਇਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਸੋ ਸਭ ਤੋਂ ਪਹਿਲਾਂ ਆਪਾਂ ਇਨਫਲੇਸ਼ਨ ਰੇਟ ਦੀ ਗੱਲ ਕਰਦੇ ਹਾਂ, ਮਹਿੰਗਾਈ ਦਰ ਦੀ ਗੱਲ ਕਰਦੇ ਹਾਂ, ਕਿਉਂਕਿ ਇਹ ਸਾਰੇ ਆંકੜੇ 2022 ਦੇ ਹੋਣਗੇ, ਕਿਉਂਕਿ 2023 ਚੱਲਦਾ ਪਿਆ, तो हाले फर्स्ट क्वार्टर कंप्लीट होया। तो 2022 ਦੇ ਜੇ ਆਪਾਂ ਅੰਕੜੇ ਦੇਖੀਏ, ਕਿਉਂਕਿ ਉਹਦਾ ਪ੍ਰਭਾਵ ਤਾਂ 2023 ਤੇ ਵੀ ਪੈਣਾ ਹੈ। तो 2022 ਦੀ ਆਪਾਂ ਗੱਲ ਕਰੀਏ, ਕੈਨੇਡਾ ਦੇ ਵਿੱਚ ਜਿਹੜੀ ਇਨਫਲੇਸ਼ਨ ਰੇਟ ਹੋਈ ਹੈ ਉਹ 6.8% ਰਹੀ ਹੈ। मतलब ਪਹਿਲਾਂ ਇਹਨੂੰ ਸਮਝੀਏ ਕਿ 6.8% मतलब ਕੀ ਹੈ। ਮਹਿੰਗਾਈ ਦਾ ਤਾਂ ਮਤਲਬ ਇਹ ਹੁੰਦਾ ਕਿ ਜਿਵੇਂ ਮੰਨ ਲਓ ਕੋਈ ਚੀਜ਼ ਤੁਸੀਂ ਅੱਜ 100 ਰੁਪਏ ਦੀ ਲੈ ਰਹੇ ਹੋ ਤੇ ਤੁਸੀਂ ਉਹ ਅਗਲੇ ਸਾਲ 106 ਰੁਪਏ ਦੀ ਲਓਗੇ, ਤੁਹਾਨੂੰ ਕਹਿੰਦੇ ਨੇ ਸਾਡਾ 6% ਇਨਫਲੇਸ਼ਨ ਹੋ ਗਿਆ। तो ਜਿਹੜੀ ਚੀਜ਼ ਤੁਹਾਨੂੰ ਮਿਲਦੀ ਪਈ ਸੀ ਉਹ ਤੁਹਾਨੂੰ ਮਹਿੰਗੀ ਮਿਲੇਗੀ। ਸੋ ਇਨਫਲੇਸ਼ਨ ਜਿਹੜੀ ਕੈਨੇਡਾ ਦੀ 6.8% ਹੈ, ਆਸਟ੍ਰੇਲੀਆ ਦੀ 6.6% ਹੈ ਔਰ ਨਿਊਜ਼ੀਲੈਂਡ ਦੀ 6.7% ਹੈ। तो ਆਲਮੋਸਟ ਜਿਹੜੀ ਮਹਿੰਗਾਈ ਦਰ ਹੈ, तो ਜਿਹੜੀ 100 ਰੁਪਏ ਦੀ ਚੀਜ਼ ਹੈ ਉਹ 106 ਜਾਂ 107 ਰੁਪਏ ਦੀ ਮਿਲਦੀ ਪਈ ਹੈ। ਜੇ ਮੈਂ ਅਨਇੰਪਲੋਇਮੈਂਟ ਦੀ ਗੱਲ ਕਰਾਂ ਤੇ ਕੈਨੇਡਾ ਦੇ ਵਿੱਚ 5.2% ਜਿਹੜੀ ਅਨਇੰਪਲੋਇਮੈਂਟ ਦੀ ਰੇਸ਼ੋ ਦੇਖੀ ਗਈ ਹੈ। ਆਸਟ੍ਰੇਲੀਆ ਤੇ ਨਿਊਜ਼ੀਲੈਂਡ ਹਾਲੇ ਘੱਟ ਨੇ, ਆਸਟ੍ਰੇਲੀਆ ਵਿੱਚ 3.7% ਔਰ ਨਿਊਜ਼ੀਲੈਂਡ ਦੇ ਵਿੱਚ 3.3% ਜਿਹੜੀ ਅਨਇੰਪਲੋਇਮੈਂਟ ਹੈ। ਇਹਦਾ ਮਤਲਬ ਇਹ ਹੁੰਦਾ ਹੈ ਕਿ 100 ਦੇ ਵਿੱਚੋਂ 5 ਲੋਕ ਜਿਹੜੇ ਹੈਗੇ ਨੇ ਉਹ ਬੇਰੁਜ਼ਗਾਰ, ਇਹਨਾਂ ਨੂੰ ਕੋਈ ਕੰਮ ਨਹੀਂ ਮਿਲਦਾ ਪਿਆ। ਜੇ ਆਪਾਂ GDP ਦੀ ਗੱਲ ਕਰੀਏ, ਗ੍ਰੋਸ ਡੋਮੈਸਟਿਕ ਪ੍ਰੋਡਕਟ, ਕਿਉਂਕਿ ਗ੍ਰੋਸ ਡੋਮੈਸਟਿਕ ਪ੍ਰੋਡਕਟ ਸਾਰੀ ਚੀਜ਼ਾਂ ਦਾ ਮੇਲ ਹੁੰਦਾ ਹੈ, ਉਹ ਚਾਹੇ ਹੈਲਥ ਹੋਵੇ, ਟਰਾਂਸਪੋਰਟੇਸ਼ਨ ਹੋਵੇ, ਚਾਹੇ ਐਗਰੀਕਲਚਰ ਹੋਵੇ, ਇਹਨਾਂ ਸਾਰੀ ਚੀਜ਼ਾਂ ਨੂੰ ਮਿਲਾ ਕੇ ਗ੍ਰੋਸ ਡੋਮੈਸਟਿਕ ਪ੍ਰੋਡਕਟ ਬਣਦਾ ਹੈ। पहली गल तो है कि ग्रॉस डोमैस्टिक प्रोडक्ट का मतलब की है, पहले ये समझ लेना चाहिए है। ग्रॉस डोमैस्टिक प्रोडक्ट का मतलब है कि एग्जाम्पल ले लेने, मान लो कि एक मॉल है और मॉल के मान लो 30 40 50 छोटी छोटिया दुकाना ने, तो लोग उत्थों की खरीदारी करते हैं। वो जो खरीदारी करते हैं पूरे दिन के मान लो उस मॉल के अप्रोक्सीमेटली 10 लाख रुपए की सेल होगी, मतलब 10 लाख का जो समान है उस मॉल के खरीदा गया। तो जी उस मॉल की GDP है वो 10 लाख रुपया होएगी। इस ही तरह पूरे ही कंट्री की GDP होंगी है। तो ਉਹਦੇ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਸਾਡੀ ਜਿਹੜੀ ਡਿਮਾਂਡ ਸਪਲਾਈ ਕਿਵੇਂ ਹੋ ਰਹੀ ਹੈ, ਲੋਕੀ ਕਿੰਨਾ ਪੈਸਾ ਦੇ ਕੇ ਕਿਹੜਾ ਸਮਾਨ ਲੈ ਰਹੇ ਨੇ। ਤੇ ਜਦੋਂ ਸਪਲਾਈ ਤੇ ਡਿਮਾਂਡ ਦੇ ਵਿੱਚ ਇੰਬੈਲੈਂਸ ਆ ਜਾਂਦਾ ਹੈ ਤਾਂ ਉਦੋਂ ਰਿਸੈਸ਼ਨ ਆਉਂਦਾ ਹੈ। ਜਦੋਂ ਕੋਈ ਬੈਂਕ ਹੁੰਦਾ, ਜਦੋਂ ਰੇਟ ਆਫ ਇੰਟਰਸਟ ਘਟਾ ਦਿੰਦਾ ਹੈ ਤਾਂ ਲੋਕੀ ਫਟਾਫਟ ਸਮਾਨ ਖਰੀਦਦੇ ਨੇ, ਮਕਾਨ ਖਰੀਦਦੇ ਨੇ, ਦੁਕਾਨਾਂ ਖਰੀਦਦੇ ਨੇ, ਹੋਰ ਕਾਰੋਬਾਰ ਵਧਾਉਂਦੇ ਨੇ। ਉਹਦੇ ਕਾਰਨ ਕੀ ਹੁੰਦਾ ਹੈ ਕਿ ਡਿਮਾਂਡ ਜਿਹੜੀ ਹੈ ਉਹ ਬਹੁਤ ਵੱਧ ਜਾਂਦੀ ਹੈ, ਪਰ ਸਪਲਾਈ ਘਟਣ ਦੇ ਨਾਲ ਫਿਰ ਇਨਬੈਲੈਂਸ ਆ ਜਾਂਦਾ। ਫਿਰ ਬੈਂਕਾਂ ਨੂੰ ਕਰਨਾ ਪੈਂਦਾ ਕਿ ਆਪਣਾ ਜਿਹੜਾ ਰੇਟ ਆਫ ਇੰਟਰਸਟ ਹੈ ਉਹ ਵਧਾਉਣਾ ਪੈਂਦਾ ਤਾਂ ਕਿ ਲੋਕੀ ਥੋੜਾ ਡਿਸਕਰਜ ਹੋਣ, ਜ਼ਿਆਦਾ ਸਮਾਨ ਨਾ ਖਰੀਦਣ, ਤੇ ਇਹ ਜਿਹੜਾ ਸਿਸਟਮ ਚੱਲਦਾ ਰਹਿੰਦਾ ਹੈ। तो ਜਿਹੜਾ ਰਿਸੈਸ਼ਨ ਹੈ ਇਹ ਕੋਈ ਇੰਨੀ ਵੱਡੀ ਗੱਲ ਨਹੀਂ ਹੁੰਦੀ ਕਿ ਜੇ ਸੋਚੋ ਕਿ ਸਾਰੀ ਉਮਰ ਰਹੇਗਾ, ਕਿਉਂਕਿ ਜਿਹੜੇ ਬੱਚੇ ਪੜ੍ਹਨ ਜਾ ਰਹੇ ਨੇ ਇਹ ਤਾਂ ਹੈ ਨਹੀਂ ਕਿ ਵੀ 6 ਮਹੀਨੇ ਸਾਲ ਹੀ ਪੜ੍ਹਨ ਜਾਣਗੇ ਵਾਪਸ ਆ ਜਾਣਗੇ। ਕਿਸੇ ਵੀ ਕੰਟਰੀ 'ਚ ਕੋਈ ਬੱਚਾ ਜਾਂਦਾ, ਆਪਾਂ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਦੀ ਵੀ ਗੱਲ ਕਰੀਏ ਤਾਂ ਜੇ ਸਪੋਜ਼ 2 ਸਾਲ ਲਈ ਬੱਚਾ ਪੜ੍ਹਨ ਜਾਂਦਾ, ਅੱਗੋਂ 3 ਸਾਲ ਦਾ ਉਹਨੂੰ ਪੋਸਟ ਸਟੱਡੀ ਵਰਕ ਪਰਮਿਟ ਹੈ। ਤਾਂ 5 ਸਾਲ ਦੀ ਸਟੇ ਆਲਮੋਸਟ ਸਾਰੀ ਕੰਟਰੀਆਂ ਦੇ ਵਿੱਚ ਹੋ ਜਾਂਦੀ ਹੈ ਜੇ ਬੱਚਾ 2 ਸਾਲ ਦਾ ਡਿਪਲੋਮਾ ਲੈਣ ਜਾ ਰਿਹਾ ਹੈ। ਤਾਂ ਕੋਈ ਬਹੁਤ ਵੱਡੀ ਗੱਲ ਨਹੀਂ ਹੁੰਦੀ, ਕਿਉਂਕਿ 2023 ਦਾ ਜਿਹੜਾ ਪੀਰੀਅਡ ਥੋੜਾ ਟਫ ਪੀਰੀਅਡ ਹੈ ਔਰ ਕੰਮਕਾਜ ਮਿਲਨੇ ਥੋੜੇ ਜਿਹੇ ਮੁਸ਼ਕਿਲ ਹੋਏ ਹੋਏ ਨੇ। ਉਹਦਾ ਕਾਰਨ ਕਈ ਹੈਗੇ ਨੇ। ਸਭ ਤੋਂ ਪਹਿਲਾ ਕਾਰਨ ਹੁੰਦਾ ਕਿ ਕੁਝ ਕੰਟਰੀ ਜਿਹੜੀ ਪਾਲਿਸੀਜ਼ ਨੇ, ਜਿਹੜੀਆਂ ਇਮੀਗ੍ਰੇਸ਼ਨ ਪਾਲਿਸੀਜ਼ ਨੇ, ਉਹਨਾਂ ਦਾ ਬੜਾ ਇਫੈਕਟ ਪੈਂਦਾ। ਜਿਵੇਂ ਮੰਨ ਲਓ ਕਿ ਕੈਨੇਡਾ 'ਚ ਪਹਿਲਾਂ 20 ਘੰਟੇ ਕੰਮ ਕਰ ਸਕਦੇ ਸੀ, ਹੁਣ 40 ਘੰਟੇ ਹੋ ਗਿਆ। ਤਾਂ ਆਲਮੋਸਟ ਫੁੱਲ ਟਾਈਮ ਕੰਮ ਕਰ ਸਕਦੇ। ਤਾਂ ਜਿਹੜੇ ਦੂਜੇ ਆਉਣ ਵਾਲੇ ਜਿਹੜੇ ਪਾਰਟ ਟਾਈਮ ਜੌਬ ਕਰਨ ਵਾਲੇ ਨੇ ਉਹ ਨਹੀਂ ਮਿਲਦੇ ਉਹਨਾਂ ਨੂੰ, ਕਿਉਂਕਿ ਫੁੱਲ ਟਾਈਮ ਆਲਮੋਸਟ ਸਾਰੇ ਹੀ 40 ਘੰਟੇ ਕੰਮ ਕਰ ਰਹੇ ਨੇ। ਸੋ ਜੌਬਸ ਦੀ ਜਿਹੜੀ ਅਵੇਲੇਬਿਲਿਟੀ ਹੈ ਉਹ ਘੱਟ ਜਾਂਦੀ ਹੈ। ਜੌਬਸ ਅਵੇਲੇਬਿਲਿਟੀ ਘਟੇਗੀ ਤਾਂ ਜਿਹੜਾ ਸਟੂਡੈਂਟ ਕੰਮ ਨਹੀਂ ਕਰਦਾ ਉਹ ਫਿਰ ਆਪਣੇ ਰੈਂਟ ਕਿਵੇਂ पे करेगा और ग्रोसरी किमें लैन जाएगा, तो उत्थे भी नुकसान होना शुरू हो जाता है। या कोई बैंक जो मतलब रेट ऑफ इंटरस्ट बढ़ा दिंदा है, तो जिहड़ा जे किसी ने घर लिया हुंदा, मकान लिया हुंदा, जदों उन्होंने अपनी किस्त ज़्यादा पे करनी पैंदी है तो उही वो बोझ अपने किराएदारां ते पैंदा। जिवें तुहानूं पता लग्या कि कैनेडा, आस्ट्रेलिया, न्यूजीलैंड दे विच मकानां दे जिहड़े किराए दे रेट हैगे ने वो बहुत वधे होए ने, आलमोस्ट डेढ़े या डबल हो गए हुए ने, क्योंकि जिहड़े माल मकान ने उन्होंने पैसे तो किराएदार तो लैके ही बैंक नूं देने हुंदे ने। सो अल्टीमेटली जो प्रभाव पैंदा वो स्टूडेंट्स से पैंदा। सो कहने का मकसद ये होया कि जी रिसैशन है ये कुछ समय लिए होंगे। मेरे पर्सनल ये मेरिया सारिया सोच ने थोड़े नाल मैं शेयर कर रहा। असी अपने डाटा जोड़े है वो डिफरेंट सोर्सिस तो, गूगल तो, यूट्यूब तो, जोड़े कि बहुत माहर ने
एक्सपर्ट ने, उन्होंने तो असीं डिस्कस करके ये जिवें डाटा बोले ने ये ले गए ने। और ये सारे तुहानूं किसी पासे ये डीमोटिवेट करना का मतलब नहीं होंदा कि तुसीं कैनेडा आस्ट्रेलिया न्यूजीलैंड ना जाओ। देखो सैकड़े सालों तो लोग आ जा रहे ने, माइग्रेट होंदे ने, इमीग्रेट होंदे ने, हुण भी स्टूडेंट्स जा रहे हैं, कोई ऐसी घबराने की गल नहीं होंदी। हाँ, पर सब नूं वड्डी गल हुंदी है कि जदों कोई बच्चा उत्थे पढ़न जाता है तो अपने किहड़े कोर्स लैके जावे, ये बहुत ही इंपॉर्टेंट मैं तुहानूं गल करन जा रहा वां। एक सल्यूशन है रिसैशन दे नाल फाइट करन दा। जिवें मैं तुहानूं कहा कि शेर तो थोड़े दरवाजे ते आ गया, उन्हें तो खाना ही खाना। हुण साडे कोल किहड़े हथियार ने उन्होंने बैकफुट ते लिआउण दे लई, अपने आप नूं सर्वाइवल दे अपने आप नूं बचाउण दे लई। तो सब तो पहला सल्यूशन जिहड़ा मैं तुहानूं दसना चाहना वां वो ये है कि अपना जिहड़ा स्किल है ਉਹਨੂੰ एनहांस करो। देखो रिसैशन जिन्ना मर्जी पूरे वर्ल्ड 'ਚ होवे, मैडिकल और एजुकेशन लाइन ਦੇ ਵਿੱਚ रिसैशन ਦਾ ਜਿਹੜਾ ਮਾਰ ਹੈ ਉਹ ਬਹੁਤ ਘਟ ਜਾਂਦੀ ਹੈ। ਜਿਵੇਂ ਮੰਨ ਲਓ ਕਿ ਕੋਵਿਡ ਦੇ ਵਿੱਚ ਵੀ ਹਿੰਦੁਸਤਾਨ ਦੇ ਵਿੱਚ ਵੀ ਰਿਸੈਸ਼ਨ ਆਇਆ, ਬਟ ਹੈਲਥ ਵੱਲੋਂ ਲੋਕੀ ਜਾਗਰੂਕ ਹੋਏ, ਮੈਡੀਕਲ ਦੀ ਫੈਸਿਲਿਟੀਜ਼ ਵੱਧ ਗਈਆਂ, तो रिसैशन ਦਾ ਮੈਡੀਕਲ ਲਾਈਨ ਤੇ ਕੋਈ ਨਾ ਅਸਰ ਨਹੀਂ ਪਿਆ। एजुकेशन लाइन ते इन्ना असर नहीं पैंदा क्योंकि जिहड़े स्टूडेंट्स अगों अपनी एजुकेशन लाइन 'ਚ ਹੁੰਦੇ ਨੇ ਉਹਨਾਂ ਨੂੰ ਇੰਨਾ नुकसान नहीं सामना करना पैंदा। हाँ, जिहड़े रिटेल करते हैं, जिहड़े सिर्फ मार्केटिंग कर रहे हैं, मार्केटिंग किसी किसी हो सकती है, डिजिटल मार्केटिंग है या तुसीं किसी कंपनी नाल काम कर रहे हो, उस तो इलावा तुसीं जे कॉरपोरेट सैक्टर 'ਚ आ जाते हो तो उत्थे तुहानूं तुहाडे सर्वाइवल के चांसिस वध जाते। देखो कई कंपनियां ने लोगों को फायर किया, हुण एमेजन ने फायर किया, गूगल ने फायर किया, मैटा ने 1,10,000 तो उपर इंपलॉय जिहड़ा है वो फायर किया गया। तो जे फायरिंग भी होंदी है, नो डाउट फायरिंग भी होंदी है। हुण कैनेडा आस्ट्रेलिया न्यूजीलैंड वर्गे कहते कि 10-10 लाख 5-5 लाख लोगों को एक साल का बुला रहे हैं। सो नो डाउट कि ਉਹਦੇ ਨਾਲ ਜਦੋਂ ਲੋਕ ਆਉਂਦੇ ਨੇ ਉੱਥੇ ਅਵੇਲੇਬਿਲਟੀ ਜਿਹੜੀ ਹੈ ਲੋਕਾਂ ਦੀ ਜ਼ਿਆਦਾ ਹੋ ਜਾਂਦੀ ਹੈ, ਸਪਲਾਈ ਜਿਹੜੀ ਹੈ ਉਹ ਜ਼ਿਆਦਾ ਹੋਗੀ ਔਰ ਡਿਮਾਂਡ ਅੱਗੋਂ ਘਟ ਜਾਂਦੀ ਹੈ, ਉਹਦੇ ਕਾਰਨ ਵੀ ਇੰਬੈਲੈਂਸ ਹੋ ਜਾਂਦਾ ਹੈ। ਲੋਕ ਕੰਮ ਕਰਨ ਵਾਲੇ ਬਹੁਤ ਜ਼ਿਆਦਾ ਨੇ, ਕੰਮ ਉੱਥੇ ਇੰਨਾ ਹੁੰਦਾ ਨਹੀਂ ਹੈ। तो इन्हां चीज़ों का इंपैक्ट पैदा। तो कई बार आपां नूं इमीग्रेशन पॉलिसीज़ ते भी ध्यान रखना पेगा कि ऐसी इमीग्रेशन पॉलिसीज़ बनाइए ताकि जिहड़े स्टूडेंट्स हैं उन्होंने एटलीस्ट आपां उन्हां दी जॉब इनश्योर कर सकीए कि जिहड़ा बच्चा होवे वो अनइंपलॉयड ना रह सके। जिहड़ियां भी कंट्रीज़ होंदियां ने वो मैक्सिमम यही उन्हां दी सोच होंदी है कि स्टूडेंट्स आन फटाफट उन्हां नूं जिहड़ा 10-12 लाख रुपया 15 लाख रुपया जिहड़ी फीस है, ट्यूशन फीस है, वो इंजैक्ट होवे। बैंकों के विच पैसे रखवाए जाते, जिवें कैनेडा च GIC है, तकरीबन 6.5 लाख रुपया, $10,200 की उत्थे रकम रखाई जाती है। इदा न्यूजीलैंड के विच FTS है, आस्ट्रेलिया के विच भी असीं कहने कि जिहड़ी फीसां ने, इंश्योरेंस है, कई ऐसा खर्चा है जिहड़ा कि उस कंट्री नूं देना पैंदा है। तो नो डाउट कि उन्हां दी GDP तो वधदी है, बट उन्होंने अपने जिहड़े स्टूडेंट्स ने या अपनी एजुकेशन पॉलिसीज़ को भी इन्हें रिफॉर्म कर देना चाहिए है कि कोई भी स्टूडेंट आए वो अनइंपलॉयड ना रहे। जो आप हुण वो सोचते हैं कि 20 घंटे तो जो 40 घंटे करता गया हफ्ते दे विच काम करना, तो ये बहुत बेनीफिट होएगा। बट अवेलेबिलिटी घट जाती है स्टूडेंट्स नूं जिहड़ा कोई पार्ट टाइम करके भी अपना गुजारा कर सकता सी, वो पार्ट टाइम नहीं करूँगा। तो इदां दी कई पॉलिसीज़ होंदियां ने, ਉਹਦੇ ਵਿੱਚ भी सरकारों को चाहिए है कि ध्यान देन। जे देखो वो चीज़ साडी कंट्रोल च नहीं है। सरकार कदों चेंज होंदियां ने, कदों उन्हों की थॉट आती है, कदों मैंबर पार्लीमेंट एक मता पास करते हैं, वो बहुत देर की और दूर की गल होंदी है। साडे हत्थ च की है, साडे हत्थ सब तो पहली गल होंदी है कि असीं अपने जिहड़े स्किल्स ने उन्होंने एनहांस करिए। कोई जनरल मैनेजर बनने की लोड़ नहीं होंदी कि मैं हर काम ही कर सकदा। मैं किसी एक काम ते अपने आप को एक्सपर्टाइज करो। तुसीं मान लो अकाउंटेंसी काम कोर्स करन जा रहे हो, तो अकाउंटेंट्स के ही अपने आप को अकाउंटेंसी के अपने आप अपनी स्किल में एनहांस करो। जे तुसी एजुकेशन लाइन दे विच हो तो वो अपनी B.Ed की है, M.Ed करो, उस तो बाद तुसी M.Phil कर सकते हो, PhD है, D.Lit है, D साइंस है, ऐसी तुसी डिग्रीज लै सकते हो जिहदे कारण तुहानूं एक्सपर्टाइज होंदी है। हैल्थ विच जाने हो या तुसी कोई मैडिकल लाइन दे विच जाने हो, तुहानूं पता कि हैल्थ केयर दे विच किन्ना जबरदस्त डिमांड है, ਉਹਦੇ ਚ सप्लाई घट है, तो तुहाडी जिहड़ी वैल्यू वध जाती है और तुहानूं मूँह मंगिया जिहड़ी सैलरी है वो तुहानूं मिल जाती है। सो कहने का मकसद यह है कि सारी जिहड़ी गल्लां दा आपां निचोड़ कढीए तो रिसैशन टाइम ते आंदा रहिंदा, कोई बहुत वड्डी गल नहीं है। GDP जदों 2 महीने लगातार किसी भी कंट्री की गिर जाती है तो उन्होंने रिसैशन टाइम कह सकते हैं, बट इसका मतलब ये नहीं है कि हमेशा दे रहेगा। इंप्रूवमेंट हर पासे चलती रहती है। उस क्वार्टर को देख के
ਜਿੰਨੀਆਂ ਵੀ ਸਰਕਾਰਾਂ ਹੈਗੀਆਂ ਨੇ ਆਪਣੀਆਂ ਪਾਲਿਸੀਜ਼ ਨੂੰ ਚੇਂਜ ਕਰਦੀਆਂ ਨੇ ਤਾਂ ਕਿ ਇਹਨਾਂ ਜਿਹੜੀਆਂ ਦਿੱਕਤਾਂ ਤੋਂ ਹੈ ਉਹ ਸੋਲੂਸ਼ਨ ਵਿੱਚ ਆਪਾਂ ਆ ਜਾਈਏ। ਦੇਖੋ ਜਦੋਂ ਬੈਂਕਰਪਸੀ ਹੁੰਦੀ ਹੈ ਨੋ ਡਾਊਟ ਕਿ ਪੂਰੇ ਕੰਟਰੀ ਦੇ ਵਿੱਚ ਬੈਂਕਿੰਗ ਦਾ ਸੈਕਟਰ ਦਾ ਵੀ ਨਾਮ ਹੀ ਡੁੱਬਦਾ ਹੈ, ਸ਼ੇਅਰ ਮਾਰਕੀਟ 'ਚ ਵੀ ਨੁਕਸਾਨ ਹੁੰਦਾ ਹੈ। ਸੋ ਇੱਕ ਚੀਜ਼ ਫੈਕਟਰ ਨਹੀਂ ਕਰਦੀ ਇਹਨੂੰ ਇਫੈਕਟ ਰਿਸੈਸ਼ਨ ਨੂੰ, ਜਿਵੇਂ ਤੁਹਾਨੂੰ ਸਹੀ ਕੋਵਿਡ ਨੇ ਵੀ ਬਹੁਤ ਇਫੈਕਟ ਕੀਤਾ, ਜਾਂ ਜਿਹੜੀ ਕਿਸੇ ਦੋ ਕੰਟਰੀਜ਼ ਦੀ ਜਦੋਂ ਵਾਰ ਲੱਗ ਜਾਂਦੀ ਹੈ ਉਹ ਵੀ ਇਫੈਕਟ ਕਰਦੀ ਹੈ। ਸੋ ਕਹਿਣ ਦਾ ਮਕਸਦ ਇਹ ਕਿ ਇਹ ਤਾਂ ਚੱਲਦੇ ਰਹਿਣਾ ਜਦ ਤੱਕ ਦੁਨੀਆ ਬਣੀ ਹੈ, ਇਹ ਰਿਸੈਸ਼ਨ ਮੰਦੀ ਦੌਰ ਆਉਂਦੇ ਜਾਣੇ ਨੇ ਜਾਂਦੇ ਜਾਣੇ ਨੇ। ਇੰਡੀਆ ਵਿੱਚ ਵੀ 2008 ਦੇ ਵਿੱਚ ਬਹੁਤ ਮੰਦੀ ਦੌਰ ਆਇਆ ਜਦੋਂ ਸ਼ੇਅਰ ਮਾਰਕੀਟ 67% ਕਲੈਪਸ ਹੋਈ, ਪਰ ਹੌਲੀ ਹੌਲੀ ਫਿਰ ਹੁਣ GDP ਤੁਸੀਂ ਦੇਖੋ ਕਿ 6+ ਹੈ, 6% ਪਲੱਸ ਹੈ। ਤਾਂ ਕਹਿਣ ਦਾ ਕੈਨ ਯੂ ਇਮੈਜਿਨ ਕਿ ਜਦੋਂ ਸਾਨੂੰ ਕੋਈ ਦਿੱਕਤ ਸਾਹਮਣਾ ਕਰਨਾ ਪੈਂਦਾ ਉਸ ਤੋਂ ਨਾਲ ਹੀ ਤੁਹਾਨੂੰ ਸੋਲੂਸ਼ਨ ਵੀ ਮਿਲ ਜਾਂਦਾ ਹੈ। ਤਾਂ ਆਪਣੀ ਸਕਿੱਲਸ ਨੂੰ ਐਨਹਾਂਸ ਕਰੋ ਔਰ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਉਹਦੇ ਤੇ ਡੈਡੀਕੇਟਲੀ ਕੰਮ ਕਰੋ। ਔਰ ਜੌਬਸ ਦੇ ਲਈ ਜਿਹੜਾ ਤੁਹਾਨੂੰ ਹੁਣ ਅਵੇਲੇਬਿਲਿਟੀ ਥੋੜੀ ਘਟੀ ਹੋਈ ਹੈ, ਇਹਦਾ ਮਤਲਬ ਇਹ ਨਹੀਂ ਹੈ ਕਿ ਵੀ ਤੁਹਾਨੂੰ ਪੂਰਾ 2-3 ਸਾਲ ਤੱਕ ਹੀ ਇਹ ਅਨਅਵੇਲੇਬਿਲਿਟੀ ਰਹੇਗੀ, ਇੰਪਲੋਇਮੈਂਟ ਜਿਹੜਾ ਅਨਇੰਪਲੋਇਮੈਂਟ ਰਹੇਗਾ। ਬਟ ਠੀਕ ਹੈ ਕਿ ਹੁਣ ਤੁਸੀਂ ਥੋੜਾ ਜਿਹਾ ਪੇਸ਼ੈਂਸ ਵੀ ਰੱਖ ਸਕਦੇ ਹੋ ਔਰ ਇਹ ਜਿਹੜਾ ਸਮਾਂ ਹੈ ਇਹ ਸਬਰ ਦਾ ਸਮਾਂ ਹੈ, ਪੇਸ਼ੈਂਸ ਸਮਾਂ ਹੈ। ਔਰ ਆਉਣ ਵਾਲੇ ਸਮੇਂ ਦੇ ਵਿੱਚ 2024 ਦੇ ਵਿੱਚ ਪੂਰਾ ਵਿਸ਼ਵ ਜਿਹੜਾ ਹੈ ਮੰਦੀ ਤੋਂ ਬਾਹਰ ਆਏਗਾ ਔਰ ਆਉਣਾ ਹੀ ਪੈਣਾ, ਕਿਉਂਕਿ ਜਦ ਤੱਕ GDP ਡਿਵੈਲਪ ਨਹੀਂ ਹੋਏਗੀ ਉਸ ਕੰਟਰੀ ਦੀ ਜਿਹੜੀ ਪੁੱਛਗਿੱਛ ਹੈ ਉਹ ਘਟ ਜਾਂਦੀ ਹੈ, ਉਹਦੀ ਜਿਹੜੀ ਡਿਕਲਾਈਨਿੰਗ ਹੈ ਉਹ ਵੱਧ ਜਾਏਗੀ। ਤਾਂ ਕੋਈ ਵੀ ਕੰਟਰੀ ਨਹੀਂ ਚਾਹੁੰਦੀ, ਚਾਹੇ ਉਹ ਇੰਡੀਆ ਹੈ, ਚਾਹੇ ਕੈਨੇਡਾ ਹੈ, ਆਸਟ੍ਰੇਲੀਆ, ਨਿਊਜ਼ੀਲੈਂਡ ਹੈ, ਹਰ ਕੰਟਰੀ ਚਾਹੁੰਦੀ ਹੈ ਕਿ ਉਹਦੀ GDP ਵਧੇ, ਅਨਇੰਪਲੋਇਮੈਂਟ ਘਟੇ, ਉਹਦੀ ਇਨਫਲੇਸ਼ਨ ਘਟੇ ਤਾਂ ਕਿ ਲੋਕਾਂ ਨੂੰ ਰੁਜ਼ਗਾਰ ਜ਼ਿਆਦਾ ਮਿਲੇ, ਮਹਿੰਗਾਈ ਘਟੇ ਔਰ ਸਾਰੇ ਜਿਹੜੇ ਹੈ ਉਹ ਖੁਸ਼ੀ ਦਾ ਜੀਵਨ ਆਪਣਾ ਬਤੀਤ ਕਰਨ। ਸੋ ਇਹ ਜਿਹੜਾ ਮੈਂ 10-15 ਮਿੰਟ ਤੁਹਾਨੂੰ ਗੱਲ ਕੀਤੀ ਹੈ ਇਹਦੇ ਵਿੱਚ ਇਹੀ ਗੱਲ ਕੀਤੀ ਗਈ ਹੈ ਕਿ ਆਪਣੇ ਸਕਿੱਲਸ ਨੂੰ ਐਨਹਾਂਸ ਕਰੋ। ਰਿਸੈਸ਼ਨ ਟਾਈਮ ਆਉਂਦਾ ਰਹੇਗਾ, ਜਾਂਦਾ ਰਹਿੰਦਾ, ਕੋਈ ਬਹੁਤ ਵੱਡੀ ਗੱਲ ਨਹੀਂ ਹੈ, ਕੋਈ ਡੀਮੋਟੀਵੇਟ ਹੋਣ ਦੀ ਲੋੜ ਨਹੀਂ ਹੈ। ਮਕਸਦ ਸਿਰਫ ਇਹੀ ਹੈ ਕਿ ਜਿਹੜੇ ਰਿਊਮਰਸ ਨੇ ਕਿ ਲੈ ਵੀ ਬਸ ਹੁਣ ਕੈਨੇਡਾ ਦੇ ਵਿੱਚ ਤਾਂ ਜੋਬ ਮਿਲਣੀ ਨਹੀਂ ਹੈ, ਆਸਟ੍ਰੇਲੀਆ 'ਚ ਜੋਬ ਮਿਲਣੀ ਨਹੀਂ ਹੈ, ਨਿਊਜ਼ੀਲੈਂਡ ਜੋਬ ਮਿਲਣੀ ਨਹੀਂ ਹੈ, ਤੇ ਐਸੀ ਗੱਲ ਨਹੀਂ ਹੁੰਦੀ। ਜੌਬਸ ਦੀ ਅਵੇਲੇਬਿਲਿਟੀ ਹਰ ਪਾਸੇ ਹੁੰਦੀ ਹੈ, ਡਿਪੈਂਡ ਕਰਦਾ ਹੈ ਕਿ ਤੁਹਾਡੀ ਜਿਹੜੀ ਸਕਿੱਲਸ ਨੇ ਉਹ ਕਿੰਨੇ ਕਿ ਡਿਵੈਲਪ ਨੇ, ਤੁਸੀਂ ਕਿੰਨੇ ਐਕਸਪਰਟਾਈਜ਼ ਹੋ ਉਸ ਕੰਮ ਕਰਨ ਨੂੰ। ਸੋ ਇਹ ਜਿਹੜੀ ਚਰਚਾ ਇੱਥੇ ਆਪਾਂ ਖਤਮ ਕਰਦੇ ਹਾਂ। ਨੈਕਸਟ ਸ਼ੁੱਕਰਵਾਰ ਨੂੰ ਆਪਾਂ ਇੱਕ ਨਵੇਂ ਟੌਪਿਕ ਲੈ ਕੇ ਮੈਂ ਤੁਹਾਡੇ ਨਾਲ ਰੂਬਰੂ ਹੋਵਾਂਗਾ ਔਰ ਮੈਨੂੰ ਦਿਓ ਇਜਾਜ਼ਤ। ਤੁਹਾਡਾ ਬਹੁਤ ਬਹੁਤ ਥੈਂਕਸ, ਤੁਸੀਂ ਮੇਰੇ ਲਾਈਵ ਹੁੰਦੇ ਹੋ, ਆਪਣਾ ਆਸ਼ੀਰਵਾਦ ਦਿੰਦੇ ਹੋ। ਔਰ ਨੈਕਸਟ ਸ਼ੁੱਕਰਵਾਰ ਨੂੰ ਸ਼ਾਮ ਨੂੰ 5 ਵਜੇ ਮੈਂ ਤੁਹਾਡੇ ਨਾਲ ਦੁਬਾਰਾ ਇੰਟਰੈਕਟ ਹੋਵਾਂਗਾ। ਤਦ ਤੱਕ ਦੇ ਲਈ ਮੈਨੂੰ ਇਜਾਜ਼ਤ, ਬਹੁਤ ਬਹੁਤ ਧੰਨਵਾਦ ਤੁਹਾਡਾ।